ਉਸ ਮਹੱਲਾ ਤੀਜਾ। ਨਿਰਤ ਕਰੇ ਬਹੁ ਵਾਜੇ ਵਜਾਈ, ਇਹੋ ਮਨ ਅੰਧਾ ਭੋਲਾ ਹੈ, ਕਿਸ ਆਖ ਸੁਨਾਹੀ। ਨਿਰਤ ਕਰੇ ਬਹੁ ਵਾਜੇ ਵਜਾਏ, ਇਹੋ ਮਨ ਅੰਧਾ ਭੋਲਾ ਹੈ, ਕਿਸ ਆਖ ਸੁਨਾਹੀ। ਅੰਤਰ ਲੋਭ ਭਰਮ ਅਨਲ ਵਾਉ, ਦੀਵਾ ਬਲੇ ਨਾ ਸੋਜੀ ਪਾਹੀ। ਗੁਰਮੁਖ ਭਗਤ ਕਟ ਚਾਨਣ ਹੋਏ, ਆਪ ਪਛਾਣ ਮਿਲੈ ਪ੍ਰਭ ਸੋਏ ਰਹਾਉ। ਗੁਰਮੁਖ ਨਿਰਤ ਹਰ ਲਾਗੈ ਭਾਹੋ, ਪੂਰੇ ਤਾਲ ਵਿੱਚੋਂ ਆਪ ਗਵਾਹੇ। ਮੇਰਾ ਪ੍ਰਭ ਸਾਚਾ ਆਪੇ ਜਾਨੋ, ਗੁਰ ਕੈ ਸ਼ਬਦ ਅੰਤਰ ਬ੍ਰਹਮ ਪਛਾਨੋ। ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ, ਗੁਰ ਕਾ ਸ਼ਬਦ ਸਹਿਜ ਵਿਚਾਰ। ਗੁਰਮੁਖ ਭਗਤ ਜੁਗਤ ਸੱਚ ਸੋਹੇ, ਪਖੰਡ ਭਗਤ ਨਿਰਤ ਦੁਖ ਹੋਏ। ਇਹਾ ਭਗਤ ਜਨ ਜੀਵਤ ਮਰੈ, ਗੁਰ ਪ੍ਰਸਾਦੀ ਭਵਜਲ ਤਰੈ। ਗੁਰ ਕੇ ਬਚਨ ਭਗਤ ਥਾਏ ਪਾਹੇ, ਹਰ ਜਿਉ ਆਪ ਵਸੈ ਮਨ ਆਹੇ। ਹਰ ਕਿਰਪਾ ਕਰੇ ਸਤਿਗੁਰੂ ਮਿਲਾਏ, ਨਿਹਚਲ ਭਗਤ ਹਰਿ ਸਿਉ ਚਿਤ ਲਾਹੇ। ਭਗਤ ਰਤੇ ਤਿਨ ਸੱਚੀ ਸੋਹੇ, ਨਾਨਕ ਨਾਮ ਰਤੇ ਸੁਖ ਹੋਏ। ਭਗਤ ਰਤੇ ਤਿਨ ਸੱਚੀ ਸੋਏ, ਨਾਨਕ ਨਾਮ ਰਤੈ ਸੁਖ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਕਾਲ ਪੁਰਖ ਵਾਹਿਗੁਰੂ, ਆਪ ਸਿਰ ਤੇ ਮੇਰੇ ਪਰ ਹੱਥ ਰੱਖ ਕੇ ਸ਼ਬਦੀ ਵਿਚਾਰ ਕਰਾ ਲਓ। ਸਤਿਗੁਰੂ, ਅਸੀਂ ਕਲਯੁਗੀ ਜੀਵਾਂ, ਸਾਡੇ ਜੀਵਾਂ ਦੇ ਕੁਛ ਵੀ ਵੱਸ ਨਹੀਂ। ਵਾਹਿਗੁਰੂ ਕਿਰਪਾ ਕਰੋ, ਕਿਰਪਾ ਕਰੋ ਵਾਹਿਗੁਰੂ ਜੀ। ਸੁਰਤ ਸ਼ਬਦਾਂ ਮਿਲਾਪ ਬਖਸ਼ੋ ਵਾਹਿਗੁਰੂ। ਹਾਂਜੀ ਸੰਗਤ ਜੀ, 365 ਅੰਗ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਨਿਰਤ ਕਰੇ ਬਹੁ ਵਾਜੇ ਵਜਾਏ, ਇਹ ਮਨ ਅੰਧਾ ਭੋਲਾ ਹੈ, ਕਿਸੇ ਆਖ ਸੁਨਾਈ। ਅੰਤਰ ਲੋਭ ਭਰਮ ਅਨਲ ਵਾਉ, ਦੀਵਾ ਬਲੇ ਨਾ ਸੋਝੀ ਪਾਏ। ਸਤਿਗੁਰੂ ਕਹਿੰਦੇ ਨੇਕਾਂ ਕਿਸਮਾਂ ਦੇ ਨਾਚ ਕਰਦਾ ਹੈ, ਨੇਕਾਂ ਹੀ ਸਾਜ਼ ਵੀ ਵਜਾਉਂਦਾ ਹੈ, ਪਰ ਕੀ ਫਾਇਦਾ? ਇਹ ਮਨ ਤਾਂ ਅੰਨਾ ਭੋਲਾ ਹੋਇਆ ਪਿਆ ਹੈ। ਸੰਗਤ ਜੀ ਆਪਣੇ ਮਨ ਦੀ ਗੱਲ ਕਰ ਰਹੇ ਆ ਗੁਰੂ ਸਾਹਿਬ ਜੀ। ਹੁਣ ਕਿੰਨਾ ਲੋਕ ਨੱਚ ਰਹੇ ਆ, ਨੱਚ ਨੱਚ ਕੇ ਪ੍ਰਮਾਤਮਾ ਨੂੰ ਯਾਦ ਕਰਦੇ ਆ, ਪਰ ਅੰਦਰੋਂ ਮਨ ਨਹੀਂ ਸੁਣਦਾ। ਆ ਕਈ ਵਾਰੀ TV ਚੈਨਲ 'ਤੇ ਦੇਖੀਦਾ ਨਾ, ਨੱਚ ਕੇ ਭਜਨ ਗਾਉਂਦੇ ਆ, ਵਾਹਿਗੁਰੂ ਮਾਲਕ ਗਾਉਂਦੇ ਨੇ, ਨੇਕਾਂ ਹੀ ਸਾਜ਼ ਵਜਾਉਂਦੇ ਨੇ। ਪਰ ਹੁਣ ਵੇਖੋ, ਆਪਾਂ ਕੀਰਤਨ ਵੀ ਕਰਦੇ ਹਾਂ, ਕੀਰਤਨ ਵੀ ਕਰਦੇ ਹਾਂ ਮਨ ਨੂੰ ਸਦਾਉਣ ਵਾਸਤੇ, ਪਰ ਮਨ ਨਾ ਤਾਂ ਨੱਚ ਕੇ ਪ੍ਰਮਾਤਮਾ ਨੂੰ ਯਾਦ ਕਰਦਾ ਅੰਦਰੋਂ, ਨਾ ਨੇਕਾਂ ਸਾਜ਼ ਵੀ ਵਜਾਉਂਦੇ ਹਾਂ, ਪਰ ਕੀ ਫਾਇਦਾ? ਮਹਾਰਾਜ ਕਹਿੰਦੇ ਇਹ ਮਨ ਤਾਂ ਅੰਨਾ ਤੇ ਬੋਲਾ ਹੋਇਆ ਪਿਆ। ਆਪਣਾ ਮਨ ਨਾ ਅੰਨਾ ਹੋਇਆ ਪਿਆ ਤੇ ਬੋਲਾ ਹੋਇਆ ਪਿਆ, ਸੁਣਦਾ ਹੀ ਨਹੀਂ, ਗੁਰੂ ਦੀ ਗੱਲ ਨਹੀਂ ਸੁਣਦਾ। ਕਿਸ ਨੂੰ ਆਖ ਕੇ ਸੁਣਾਇਆ ਜਾ ਰਿਹਾ ਹੈ? ਮਹਾਰਾਜ ਕਹਿੰਦੇ ਇਹਦੇ ਅੰਦਰ ਲਾਲਚ ਦੀ ਅੱਗ ਬਲ ਰਹੀ ਆ।
ਆਪਣੇ ਅੰਦਰ ਸੰਗਤ ਜੀ ਸਾਰੀ ਗੱਲ ਆਪਣੇ ਮਨ ਦੀ ਹੋ ਰਹੀ ਹੈ, ਕਿਸੇ ਦੂਜੇ ਦੀ ਨਹੀਂ ਹੋ ਰਹੀ, ਆਪਣੇ ਮਨ ਦੀ ਗੱਲ ਹੋ ਰਹੀ ਹੈ। ਅੰਨਾ ਤੇ ਬੋਲਾ ਹੋਇਆ ਪਿਆ ਮਨ, ਇਹ ਮਨ ਨੂੰ ਅਨੇਕਾਂ ਕਿਸਮਾਂ ਦੇ ਨਾਚ ਕਰ ਕਰਕੇ ਰਜਾਉਣੇ ਆ ਵੀ ਸ਼ਾਇਦ ਇਹ ਸੁਣ ਲਵੇ, ਪਰ ਨਹੀਂ, ਇੰਜੋਏ ਕਰਨ ਲੱਗ ਜੂਗਾ ਬਾਹਰੋਂ। ਅਨੇਕਾਂ ਸਾਜ਼ ਹੀ ਵਜਾਉਂਦਾ ਹੈ, ਪਰ ਕੀ ਫਾਇਦਾ, ਇਹ ਮਨ ਤਾਂ ਅੰਨਾ ਤੇ ਬੋਲਾ ਹੋਇਆ ਪਿਆ ਹੈ। ਕਿਸ ਨੂੰ ਆ ਕੇ ਸੁਣਾਇਆ ਜਾ ਰਿਹਾ ਹੈ? ਇਹਦੇ ਅੰਦਰ ਲਾਲਚ ਦੀ ਅੱਗ ਬਲ ਰਹੀ ਹੈ ਤੇ ਭਟਕਣਾ ਦਾ ਝੱਖੜ ਝੁੱਲ ਰਿਹਾ ਹੈ। ਚੈੱਕ ਕਰ ਲਈਏ ਆਪਣੇ ਮਨਾਂ ਨੂੰ, ਆਪਣੇ ਮਨਾਂ ਦੀ ਹਾਲਤ ਕੀ ਆ, ਕਿਉਂਕਿ ਗੁਰੂ ਸਾਹਿਬ ਜੀ ਦੀ ਸਾਰੀ ਬਾਣੀ ਆਪਣੇ ਮਨ ਤੇ ਆ। ਆਪਾਂ ਦੂਜਿਆਂ ਨੂੰ ਮੱਤਾਂ ਦੇਣ ਬਹਿ ਜਾਂਦੇ ਆ। ਗੁਰੂ ਸਾਹਿਬ ਕੋਲ ਬੈਠ ਕੇ ਆਪਾਂ ਆਪਣੇ ਮਨ ਨੂੰ ਵੇਖਣਾ, ਆਪਣੇ ਔਗਣਾਂ ਨੂੰ ਚਿਤਾਰਨਾ, ਆਪਣੇ ਆਪ ਨੂੰ ਪਛਾਣਨਾ। ਆਪ ਪਛਾਣੇ ਤਾਂ ਸੱਚ ਜਾਣੇ, ਸੱਚੇ ਸੋਝੀ ਹੋਈ। ਜਿਹੀ ਹਾਲਤ ਵਿੱਚ ਇਹਦੇ ਅੰਦਰ ਗਿਆਨ ਦਾ ਦੀਵਾ ਨਹੀਂ ਜਗਦਾ, ਮਹਾਰਾਜ ਕਹਿੰਦੇ, ਤੇ ਨਾ ਹੀ ਕੋਈ ਸਮਝ ਪੈਂਦੀ ਹੈ। ਵਾਹਿਗੁਰੂ ਵਾਹਿਗੁਰੂ। ਹੁਣ ਜਿਹੜਾ ਬੰਦਾ ਅੰਨਾ ਬੋਲਾ, ਉਹ ਕਿੱਥੋਂ ਗੱਲਾਂ ਸੁਣ ਲੂਗਾ? ਨਾ ਆਪਣੇ ਮਨ ਨੂੰ ਦਿਸਦਾ, ਨਾ ਸੁਣਦਾ, ਤੇ ਗਿਆਨ ਕਿਵੇਂ ਹੋ ਜਾਊਗਾ ਜਦੋਂ ਗੁਰੂ ਦੀ ਗੱਲ ਨੂੰ ਅੰਦਰ ਨਾ ਲਿਜਾਵਾਂਗੇ, ਅੰਦਰੋਂ ਗੱਲ ਟੱਚ ਨਾ ਕਰੂਗੀ ਆਪਣੇ ਮਨ ਨੂੰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰਮੁਖ ਭਗਤ ਘਟ ਚਾਨਣ ਹੋਏ, ਆਪ ਪਛਾਣੇ ਮਿਲੇ ਪ੍ਰਭ ਸੋਈ। ਮਾਰੇ ਕਹਿੰਦੇ ਗੁਰੂ ਦੁਆਰਾ ਭਗਤੀ ਕੀਤਿਆਂ ਦਿਲ ਵਿੱਚ ਚਾਨਣ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੁਆਰਾ, ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਾਂ ਵਿਚਾਰ ਕਰੇ ਨਾ, ਆਪਾਂ ਨੂੰ ਪਤਾ ਲੱਗ ਰਿਹਾ ਵੀ ਹਾਂ ਮਹਾਰਾਜ ਅਸੀਂ ਅੰਨੇ ਆ, ਅਸੀਂ ਬੋਲੇ ਆ। ਸੰਗਤ ਜੀ ਮੰਨ ਜਾਣਾ ਚਾਹੀਦਾ ਗੁਰੂ ਅੱਗੇ। ਗੁਰੂ ਆਪਣਾ ਡਾਕਟਰ ਹੈ। ਡਾਕਟਰ ਨੂੰ ਆਪਣਾ ਬਿਮਾਰੀ ਦੱਸਾਂਗੇ ਨਾ, ਇਲਾਜ ਹੋ ਜਾਊਗਾ। ਹੁਣ ਗੁਰੂ ਸਾਹਿਬ ਜੀ ਨੇ ਪਹਿਲਾਂ ਆਪਣੇ ਮਨ ਦੀ ਹਾਲਤ ਦੱਸ ਦਿੱਤੀ, ਥੱਲੇ ਗੁਰੂ ਸਾਹਿਬ ਜੀ ਨੇ ਇੱਕ ਅੱਗੇ ਸਮਝਾਉਣਾ ਕੀਤਾ, ਤਰੀਕਾ ਦੱਸਿਆ ਵੀ ਭਾਈ ਇਹ ਮਨ ਨੂੰ ਕਿਵੇਂ ਸੁਧਾਰਿਆ ਜਾ ਸਕਦਾ। ਬਾਰੇ ਕਹਿੰਦੇ ਗੁਰੂ ਦੁਆਰਾ, ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਭਗਤੀ ਕੀਤਿਆਂ ਦਿਲ ਵਿੱਚ ਦੀਵਾ, ਦਿਲ ਵਿੱਚ ਚਾਨਣ ਪੈਦਾ ਹੁੰਦਾ ਹੈ। ਇਹ ਚਾਨਣ ਵਿੱਚ ਆਪਣੇ ਆਪ ਨੂੰ ਪਛਾਣ ਕੇ ਪ੍ਰਭੂ ਮਿਲ ਜਾਂਦਾ। ਵੇਖੋ, ਆਪਣੇ ਆਪ ਨੂੰ ਪਛਾਣ ਕੇ ਆਪਾਂ ਦੂਜਿਆਂ ਨੂੰ ਪਛਾਣਨ ਬਹਿ ਜਾਂਦੇ ਆ। ਆਪਣੇ ਆਪ ਨੂੰ ਪਛਾਣਨਾ। ਹੁਣ ਗੁਰੂ ਸਾਹਿਬ ਜੀ ਨੇ ਕਿਹਾ ਇਹ ਮਨ ਅੰਨਾ ਬੋਲਾ ਹੈ। ਆਪਾਂ ਆਪਣੇ ਮਨ ਨੂੰ ਵੇਖਣਾ, ਹਾਂ ਮਹਾਰਾਜ ਅੰਨੇ ਆ, ਬੋਲੇ ਆ, ਗੁਰੂ ਦੀ ਗੱਲ ਸੁਣ ਕੇ ਨਹੀਂ ਰਾਜੀ। ਵਾਹਿਗੁਰੂ। ਕੰਨਾਂ ਵਿੱਚ ਆਵਾਜ਼ਾਂ ਪਈ ਜਾਂਦੀਆਂ ਪਰ ਅੰਦਰ ਆਵਾਜ਼ ਨਹੀਂ ਜਾਂਦੀ। ਨਾਮ ਸੁਣਤ ਜਨ ਵਿਛੁਆ ਡਸਾਨਾ, ਨਾਮ ਤੋਂ ਐਂ ਡਰ ਲੱਗਦਾ ਜਿਵੇਂ ਬਿੱਛੂ ਡੰਗ ਮਾਰਦਾ। ਇਹੀ ਹਾਲਤ ਹੈ ਨਾ ਆਪਣੀ। ਪਰਮਾਈ ਕਹਿੰਦੇ ਗੁਰੂ ਦੁਆਰਾ, ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਭਗਤੀ ਕੀਤਿਆਂ ਦਿਲ ਵਿੱਚ ਚਾਨਣ ਹੁੰਦਾ ਹੈ। ਇਹ ਚਾਨਣ ਵਿੱਚ ਆਪਣੇ ਆਪ ਨੂੰ ਪਛਾਣ ਕੇ ਪ੍ਰਭੂ ਮਿਲ ਜਾਂਦਾ ਹੈ। ਹੁਣ ਆਪਾਂ ਆਪਣੇ ਆਪ ਦੀ ਪਛਾਣ ਕਰਨੀ ਆ, ਅਰਦਾਸ ਕਰਨੀ ਸਤਿਗੁਰੂ ਦੇ ਚਰਨਾਂ 'ਚ, ਵਾਹਿਗੁਰੂ ਅਸੀਂ ਅੰਨੇ ਹਾਂ, ਵਾਹਿਗੁਰੂ ਅਸੀਂ ਬੋਲੇ ਹਾਂ, ਸਾਡੇ ਅੰਦਰ ਲਾਲਚ ਦੀ ਅੱਗ ਬਲ ਰਹੀ ਹੈ, ਅਸੀਂ ਭਟਕਣਾ ਦੇ ਝੱਖੜਾਂ ਵਿੱਚ ਝੁੱਲ ਰਹੇ ਹਾਂ। ਵਾਹਿਗੁਰੂ ਬਚਾ ਲਓ ਦਾਤਾ ਜੀ, ਬਚਾ ਲਓ। ਆਹ ਅਰਦਾਸ ਕਰਨੀ ਆ ਸਤਿਗੁਰੂ ਦੇ ਚਰਨਾਂ 'ਚ। ਆਹੀ ਦਵਾਈ ਆਪਣੀ। ਜਦੋਂ ਆਪਾਂ ਆਪਣੇ ਆਪ ਨੂੰ ਪਛਾਣ ਲੈਂਦੇ, ਆਪਣੇ ਰੋਗ ਦਾ ਪਤਾ ਲੱਗ ਜਾਂਦਾ, ਫਿਰ ਹੀ ਆਪਾਂ ਡਾਕਟਰ ਨੂੰ ਦੱਸਦੇ ਨਾ ਵੀ ਹਾਂ ਡਾਕਟਰ ਸਾਹਿਬ ਸਾਨੂੰ ਆਹ ਰੋਗ ਆ। ਫਿਰ ਉਹ ਡਾਕਟਰ ਕੋਲ ਦਵਾਈ ਮਿਲ ਜਾਂਦੀ ਆ। ਜਦੋਂ ਆਪਾਂ ਆਤਮਾ ਦੇ ਤਲ 'ਤੇ ਗੁਰੂ ਸਾਹਿਬ ਜੀ ਅੱਗੇ ਮੰਨ ਪੈਂਦੇ ਵੀ ਹਾਂ ਮਹਾਰਾਜ ਅਸੀਂ ਅੰਨੇ ਆ, ਅਸੀਂ ਬੋਲੇ ਆ, ਫਿਰ ਗੁਰੂ ਸਾਹਿਬ ਜੀ ਨਾਮ ਦੀ ਦਵਾਈ ਦੇ ਦਿੰਦੇ ਆ। ਹਰ ਹਰ ਔਖਦ ਜੋ ਜਨ ਖਾਹੀ ਤਾਕਾ ਰਗ, ਸਗਲ ਰੋਗ ਮਿਟ ਜਾਹੀ। ਜੋ ਵੀ ਪ੍ਰਮਾਤਮਾ ਦੇ ਨਾਮ ਦੀ ਦਵਾਈ ਖਾਂਦਾ, ਮਹਾਰਾਜ ਕਹਿੰਦੇ ਸਾਰੇ ਰੋਗ ਮਿਟ ਜਾਣੇ ਨੇ। ਪ੍ਰਮਾਤਮਾ ਦੇ ਨਾਮ ਦੀ ਦਵਾਈ ਕੀ ਆ? ਗੁਰੂ ਦੁਆਰਾ ਭਗਤੀ ਕੀਤਿਆਂ ਦਿਲ ਵਿੱਚ ਚਾਨਣ ਹੁੰਦਾ ਹੈ। ਇਸ ਚਾਨਣ ਵਿੱਚ ਆਪਣੇ ਆਪ ਨੂੰ ਪਛਾਣ ਕੇ ਪ੍ਰਭੂ ਮਿਲ ਪੈਂਦਾ। ਆਹ ਕੰਮ ਕਰਨਾ ਆਪਾਂ। ਗੁਰੂ ਦੇ ਸ਼ਬਦ ਦੇ ਦਰਸ਼ਨ ਕਰਨੇ, ਵਿਚਾਰ ਕਰਨੀ, ਸੁਣਨੀ, ਫਿਰ ਆਪਣੇ ਅੰਦਰ ਝਾਤੀਆਂ ਮਾਰਨੀਆਂ, ਆਪਣੇ ਆਪ ਨੂੰ ਵੇਖ ਕੇ ਫਿਰ ਗੁਰੂ ਅੱਗੇ ਅਰਦਾਸ ਕਰਨੀ। ਆਹ ਕੰਮ ਕਰਨਾ ਆਪਾਂ। ਵਾਹਿਗੁਰੂ। ਪ੍ਰਭੂ ਮਿਲ ਜਾਂਦਾ ਹੈ ਆਪਣੇ ਆਪ ਨੂੰ ਪਛਾਣ ਕੇ। ਰਹਾਓ।
ਗੁਰਮੁਖ ਨਿਰਤ ਹਰ ਲਾਗੇ ਭਾਉ, ਪੂਰੇ ਤਾਲ ਵਿੱਚੋਂ ਆਪ ਗਵਾਏ। ਮੇਰਾ ਪ੍ਰਭ ਸਾਚਾ ਆਪੇ ਜਾਣ, ਗੁਰ ਕੇ ਸ਼ਬਦ ਅੰਤਰ ਬ੍ਰਹਮ ਪਛਾਣ। ਮਾਰੇ ਕਹਿੰਦੇ ਪ੍ਰਮਾਤਮਾ ਨਾਲ ਪ੍ਰੇਮ ਕਰਨਾ ਹੀ ਗੁਰਮੁਖ ਦਾ ਅਸਲ ਨਾਚ ਹੈ। ਪ੍ਰਮਾਤਮਾ ਨਾਲ ਪ੍ਰੇਮ ਕਰਨਾ ਗੁਰਮੁਖ ਦਾ ਅਸਲ ਨਾਚ ਹੈ। ਅੰਦਰੋਂ ਹੰਕਾਰ ਨੂੰ ਛੱਡ ਦੇਣਾ ਹੀ ਸੁਰਤਾਲ ਹੈ। ਪੂਰੀ ਤਰ੍ਹਾਂ ਬਣਾਈ ਰੱਖਣ ਦੇ ਸਮਾਨ ਹੈ। ਮੇਰਾ ਸੱਚਾ ਪ੍ਰਭੂ ਆਪ ਹੀ ਸਭ ਕੁਝ ਜਾਣਨ ਵਾਲਾ ਹੈ। ਇਸ ਕਰਕੇ ਗੁਰੂ ਦੇ ਉਪਦੇਸ਼ ਰਾਹੀਂ ਆਪਣੇ ਅੰਦਰ ਹੀ ਪ੍ਰਮਾਤਮਾ ਨੂੰ ਪਛਾਣ ਲਓ। ਸਤਿਗੁਰੂ ਕਿਰਪਾ ਕਰਦੇ ਹੋ, ਸਾਡੇ ਵੱਸ ਦੀ ਗੱਲ ਨਹੀਂ ਹੈਗੀ ਮਹਾਰਾਜ। ਅਸੀਂ ਗੁਰਮੁਖ ਬਣਨਾ, ਸਾਨੂੰ ਗੁਰਮੁਖ ਬਣਾ ਲਓ। ਅਸੀਂ ਹੰਕਾਰ ਛੱਡਣਾ, ਸਾਡਾ ਹੰਕਾਰ ਛਡਾ ਦਿਓ। ਕਿਰਪਾ ਕਰੋ ਸਾਡਾ ਤੁਹਾਡੇ ਨਾਲ ਪ੍ਰੇਮ ਬਣ ਜਾਵੇ। ਅਸੀਂ ਮਾਇਆ ਦੇ ਵਿੱਚ ਉਲਝੇ ਪਏ ਹਾਂ, ਆਪਣੇ ਪਰਿਵਾਰਾਂ ਦੇ ਵਿੱਚ, ਕਾਰੋਬਾਰਾਂ ਦੇ ਵਿੱਚ। ਵਾਹਿਗੁਰੂ ਸਾਡੇ ਵੱਸ ਦੀ ਖੇਡ ਨਹੀਂ, ਸਾਨੂੰ ਆਪਣੇ ਬਣਾ ਲਓ। ਸਾਨੂੰ ਨਾਮ ਦੀ ਦਾਤ ਬਖਸ਼ ਦਿਓ। ਸਾਡੇ ਮਨਾਂ 'ਚੋਂ ਪੰਜਾਂ ਵਕਾਰਾਂ ਤੋਂ ਖਹਿੜਾ ਛਡਾ ਦਿਓ। ਵਾਹਿਗੁਰੂ ਗੁਰਮੁਖ ਬਣ ਜਾਈਏ। ਗੁਰਮੁਖਾਂ ਦਾ ਕੁਛ ਨਹੀਂ ਵਿਗਾੜ ਸਕਦੀ ਇਹ ਮਾਇਆ। ਵਾਹਿਗੁਰੂ ਗੁਰਮੁਖ ਮਾਇਆ ਹੋਈ ਨਾਗਨੀ, ਜਗਤ ਰਹੀ ਲਿਪਟਾਏ। ਇਸ ਕੀ ਸੇਵਾ ਜੋ ਕਰੇ, ਤਿਸੀ ਕੋ ਫਿਰ ਪਾਏ, ਤਿਸੀ ਕੋ ਫਿਰ ਖਾਏ। ਗੁਰਮੁਖ ਕੋਈ ਗਾੜੂ, ਤਿਨ ਧਰਮ ਲਾਈ ਪਾਏ। ਜਦੋਂ ਆਪਾਂ ਗੁਰਮੁਖ ਬਣ ਜਾਂਦੇ ਨਾ, ਪੈਰੀ ਡਿੱਗਦੀ ਹੈ ਮਾਇਆ ਜਿਹੜੀ ਆਪਾਂ ਨੂੰ ਕਮਲ ਪਾਉਂਦੀ ਹੈ। ਵਾਹਿਗੁਰੂ ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ, ਗੁਰ ਕਾ ਸ਼ਬਦ ਸਹਿਜ ਵਿਚਾਰ। ਗੁਰਮੁਖ ਭਗਤ ਜੁਗਤ ਸੱਚ ਸੋਈ, ਪਖੰਡ ਭਗਤ ਨਿਰਤ ਦੁੱਖ ਹੋਏ। ਮਾਰੇ ਕਹਿੰਦੇ ਗੁਰਮੁਖ ਦੀ ਭਗਤੀ ਮਨ ਵਿੱਚ ਪ੍ਰਭੂ ਦੇ ਨਾਲ ਪ੍ਰੀਤ ਪਿਆਰ ਹੈ। ਗੁਰਮੁਖ ਦੀ ਭਗਤੀ ਮਨ ਵਿੱਚ ਪ੍ਰਭੂ ਦੇ ਨਾਲ ਪ੍ਰੀਤ ਪਿਆਰ ਹੈ। ਗੁਰੂ ਦੇ ਉਪਦੇਸ਼ ਦਾ ਸ਼ਾਂਤ ਚਿੱਤ ਹੋ ਕੇ ਵਿਚਾਰ ਕਰਦਾ ਹੈ। ਵਿਚਾਰ ਕਰਨੀ ਹੈ ਸੰਗਤ ਜੀ। ਜਿੰਨਾ ਚਿਰ ਆਪਾਂ ਬਾਣੀ ਦੀ ਵਿਚਾਰ ਨਹੀਂ ਨਾ ਕਰਦੇ, ਆਪਾਂ ਆਪਣੇ ਆਪ ਨੂੰ ਨਹੀਂ ਪਛਾਣ ਸਕਦੇ। ਆਪ ਪਛਾਣੇ ਤਾਂ ਸੱਚ ਜਾਣੇ। ਗੁਰੂ ਦੇ ਸ਼ਬਦ ਰਾਹੀਂ ਜਾਂ ਗੁਰੂ ਨੂੰ ਸੁਣ ਲਈਏ, ਨਹੀਂ ਪੜ੍ਹਨਾ ਆਉਂਦਾ ਸੁਣ ਲਈਏ। ਜਿੰਨਾ ਚਿਰ ਸੁਣਿਆ, ਮੰਨਿਆ, ਮਨ ਕੀਤਾ ਭਾਉ। ਸੁਣਾਂਗੇ ਫਿਰ ਮੰਨਣ ਵਾਲੀ ਕਲਾਸ ਵਿੱਚ ਜਾਵਾਂਗੇ। ਵਾਹਿਗੁਰੂ ਅਸੀਂ ਮੰਨ ਲਈਏ ਤੇਰੀ ਗੱਲ ਨੂੰ। ਜਦੋਂ ਮੰਨ ਲਿਆ ਫਿਰ ਪ੍ਰਮਾਤਮਾ ਨਾਲ ਪ੍ਰੇਮ ਬਣ ਜਾਣਾ। ਤੇ ਮਹਾਰਾਜ ਜੀ ਕਹਿੰਦੇ ਸਾਰਾ ਕੁਝ ਵਿਚਾਰ ਕਰਨ ਦੇ ਨਾਲ ਹੋਣਾ। ਉਹ ਗੁਰੂ ਦੇ ਉਪਦੇਸ਼ ਦੀ ਸ਼ਾਂਤ ਚਿੱਤ ਹੋ ਕੇ ਨਾ ਵਿਚਾਰ ਕਰਦਾ। ਮਹਾਰਾਜ ਕਹਿੰਦੇ ਗੁਰਮੁਖ ਦੀ ਭਗਤੀ ਮਨ ਵਿੱਚ ਪ੍ਰਭੂ ਦੇ ਨਾਲ ਪ੍ਰੀਤ ਪਿਆਰ ਹੈ। ਉਹ ਗੁਰੂ ਦੇ ਉਪਦੇਸ਼ ਦਾ ਸ਼ਾਂਤ ਚਿੱਤ ਹੋ ਕੇ ਵਿਚਾਰ ਕਰਦਾ। ਵਾਹਿਗੁਰੂ ਵਾਹਿਗੁਰੂ ਸੰਗਤੀ ਜਦੋਂ ਆਪਾਂ ਵਿਚਾਰ ਕਰਦੇ ਹਾਂ ਨਾ, ਐਂ ਲੱਗਦਾ ਵੀ ਬਾਹਰ ਵੀ ਬੰਦ ਹੋਵੇ ਤੇ ਬਾਰੀ ਵੀ ਬੰਦ ਹੋਵੇ, ਪੱਖਾ ਵੀ ਬੰਦ ਹੋਵੇ। ਇੱਕ ਮਨ ਇੱਕ ਚਿੱਤ ਹੋ ਕੇ ਇਕਾਗਰਤਾ ਦੇ ਨਾਲ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਵਿਚਾਰ ਕੀਤੀ ਜਾਵੇ। ਸੱਚ ਕਹਿੰਦੇ ਆ ਵਾਹਿਗੁਰੂ ਇਸੇ ਤਰ੍ਹਾਂ ਹੀ ਪ੍ਰਮਾਤਮਾ ਨੂੰ ਮਿਲਿਆ ਜਾ ਸਕਦਾ। ਵਾਹਿਗੁਰੂ ਵਾਹਿਗੁਰੂ ਵਿਚਾਰ ਕਰਨ ਦੇ ਨਾਲ ਗੁਰਮੁਖ ਦੀ ਭਗਤੀ ਮਨ ਵਿੱਚ ਪ੍ਰਭੂ ਦੇ ਨਾਲ ਪ੍ਰੀਤ ਪਿਆਰ ਹੈ। ਉਹ ਗੁਰੂ ਦੇ ਉਪਦੇਸ਼ ਦਾ ਸ਼ਾਂਤ ਚਿੱਤ ਹੋ ਕੇ ਵਿਚਾਰ ਕਰਦਾ ਹੈ। ਜੇ ਸ਼ਾਂਤੀ ਹੋਊਗੀ ਫਿਰ ਹੀ ਵਿਚਾਰ ਹੋ ਸਕਦੀ ਹੈ। ਕੋਈ ਡਿਸਟਰਬ ਨਾ ਕਰੇ। ਇੱਕ ਪ੍ਰਮਾਤਮਾ ਤੇ ਇੱਕ ਆਤਮਾ, ਬਸ ਦੋਨੇ, ਤੂੰ ਤੇ ਮੈਂ, ਦੋ ਜਣੇ। ਵਾਹਿਗੁਰੂ 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 ਮਾਲਕਾ ਜਦੋਂ ਆਪਾਂ ਇਕਾਂਤ ਚਿੱਤ ਹੋ ਕੇ ਕਰਾਂਗੇ, ਕੋਈ ਸ਼ੋਰ ਸ਼ਰਾਬਾ ਨਾ ਕੋਈ ਕੋਲ ਹੋ, ਫੇਰ ਹੀ ਸੁਣਨ ਵਾਲੇ ਨੂੰ ਆਨੰਦ ਆਊਗਾ। ਜਿਹੜੇ ਵਿਚਾਰ ਸੁਣਦੇ ਆ ਪ੍ਰਤਿਆ ਕੇ ਵੇਖ ਲਓ। ਜੇ ਪੱਖਾ ਚੱਲਦਾ ਹੋਵੇ, ਜਿਹੜੀ ਵਿੱਚ ਆਵਾਜ਼ ਆਉਂਦੀ ਆ ਉਹ ਵਾਈਬ੍ਰੇਸ਼ਨ ਮਨ ਨੂੰ ਖਰਾਬ ਕਰਦੀ। ਮਨ ਤਾਂ ਪਹਿਲਾਂ ਹੀ ਸੁਣ ਕੇ ਰਾਜੀ ਨਹੀਂ ਹੁੰਦਾ ਗੱਲ ਗੁਰੂ ਦੀ, ਤੇ ਬਹਾਨਾ ਬਣ ਜਾਂਦਾ ਵੀ ਵਿੱਚ ਆਵਾਜ਼ ਆਉਂਦੀ ਸੀ। ਇਹ ਮਨ ਬਹੁਤ ਸ਼ਰਾਰਤੀ ਆ। ਵਾਹਿਗੁਰੂ ਬੱਚੇ ਦੀ ਤਰ੍ਹਾਂ ਹੈ। ਵਾਹਿਗੁਰੂ 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 ਕਿਰਪਾ ਕਰੋ। ਆਪ ਹੀ ਬਖਸ਼ਿਸ਼ ਕਰਦੇ ਹੋ, ਆਪ ਹੀ ਰਹਿਮਤ ਕਰਦੇ ਹੋ, ਆਪ ਹੀ ਰਸਨਾ ਤੋਂ ਬੋਲ ਕਢਾਉਣੇ ਹੋ, ਆਪ ਹੀ ਦਰਸ਼ਨ ਕਰਾਉਣੇ ਹੋ, ਆਪ ਹੀ ਵਿਚਾਰ ਕਰਾਉਣੇ ਹੋ। ਵਾਹਿਗੁਰੂ ਮੇਰਾ ਮੁਝਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਵਾਹਿਗੁਰੂ 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 ਮਾਲਕਾ, ਵਾਹਿਗੁਰੂ ਦਾਤਿਆ, ਵਾਹਿਗੁਰੂ ਤੂੰ ਧੰਨ ਹੈ। ਵਾਹਿਗੁਰੂ ਧੰਨ ਹੈ। ਵਾਹਿਗੁਰੂ ਤੂੰ ਧੰਨ ਹੈ ਮੇਰਾ ਮਾਲਕਾ। ਫਿਰ ਪ੍ਰੇਮ ਬਣ ਜਾਂਦਾ ਗੁਰੂ ਦੇ ਨਾਲ। ਗੁਰਮੁਖ ਦੀ ਭਗਤੀ ਮਨ ਵਿੱਚ ਪ੍ਰਭੂ ਦੇ ਨਾਲ ਪ੍ਰੀਤ ਪਿਆਰ ਹੈ।
ਗੁਰੂ ਦੇ ਵਿਦੇ ਦੇ ਸ਼ਾਂਤ ਚਿੱਤ ਹੋ ਕੇ ਵਿਚਾਰ ਕਰਦਾ ਹੈ। ਵਾਹਿਗੁਰੂ 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 ਵਾਹਿਗੁਰੂ। ਗੁਰਮੁਖ ਦੀ ਭਗਤੀ ਅਸਲ ਜੀਵਨ ਦੀ ਜੁਗਤ ਹੈ। ਇਹ ਸੱਚਾ ਢੰਗ ਹੈ। ਪਖੰਡ ਭਰੀ ਭਗਤੀ ਤੇ ਸੰਸਾਰੀ ਨਾਚ ਵਿੱਚ ਦੁੱਖ ਹੀ ਨਸੀਬ ਹੁੰਦਾ। ਮਹਾਰਾਜ ਕਹਿੰਦੇ ਇਹਾ ਭਗਤ ਜਨ ਜੀਵਤ ਮਰੇ ਗੁਰ ਪ੍ਰਸਾਦੀ ਭਵਜਲ ਤਰੇ। ਗੁਰ ਕੇ ਬਚਨ ਭਗਤ ਥਾਏ ਪਾਏ ਹਰ ਜਿਉ ਆਪ ਵਸੇ ਮਨ ਆਏ। ਵਾਹਿਗੁਰੂ 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 ਵਾਹਿਗੁਰੂ। ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ ਗੁਰ ਕਾ ਸ਼ਬਦ ਸਹਿਜ ਵਿਚਾਰ। ਗੁਰਮੁਖ ਭਗਤ ਜੁਗਤ ਸੱਚ ਸੋਏ ਪਖੰਡ ਭਗਤ ਨਿਰਤ ਦੁੱਖ ਹੋਏ। ਮਹਾਰਾਜ ਕਹਿੰਦੇ ਆ ਨਾ, ਕਹਿੰਦੇ ਗੁਰਮੁਖ ਦੀ ਭਗਤੀ ਹੀ ਅਸਲ ਜੀਵਨ ਦੀ ਜੁਗਤ ਹੈ। ਇਹੀ ਸੱਚਾ ਢੰਗ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ। ਮਹਾਰਾਜ ਕਹਿੰਦੇ ਇਹੀ ਅਸਲ ਢੰਗ ਹੈ ਜੀਵਨ ਦਾ, ਇਹੀ ਜੁਗਤ ਹੈ। ਇਸੇ ਵਿੱਚ ਹੀ ਆਪਾਂ ਪਰਮਾਤਮਾ ਨੂੰ ਮਿਲ ਸਕਦੇ ਇਸ ਤਰ੍ਹਾਂ ਕਰਨ ਨਾਲ। ਤੇ ਮਹਾਰਾਜ ਕਹਿੰਦੇ ਪਖੰਡ ਭਗਤ ਨਿਰਤ ਦੁੱਖ ਹੋਏ। ਮਹਾਰਾਜ ਕਹਿੰਦੇ ਪਖੰਡ ਭਰੀ ਭਗਤੀ ਤੇ ਸੰਸਾਰੀ ਨਾਚ ਵਿੱਚ ਦੁੱਖ ਹੀ ਨਸੀਬ ਹੁੰਦਾ ਹੈ। ਪਖੰਡ ਭਰੀ ਭਗਤੀ ਤੇ ਸੰਸਾਰੀ ਨਾਚ ਵਿੱਚ ਦੁੱਖ ਹੀ ਨਸੀਬ ਹੁੰਦਾ। ਹੁਣ ਵੇਖੋ ਨੱਚ ਨੱਚ ਕੇ ਰੱਬ ਨੂੰ ਮਨਾਉਂਦੇ ਨੇ। ਵਾਹਿਗੁਰੂ। ਮਹਾਰਾਜ ਕਹਿੰਦੇ ਭਾਈ ਪਖੰਡ ਭਗਤੀ ਆ। ਅਸਲ ਵਿੱਚ ਆਪਾਂ ਇਕਾਂਤ ਚਿੱਤ ਹੋ ਕੇ ਇਕੱਲੇ ਬੈਠ ਕੇ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਨਾਲ ਜੁੜਨਾ ਸੀ। ਗੁਰੂ ਨਾਲ ਜੁੜ ਕੇ ਆਪਾਂ ਆਪਣੇ ਅੰਦਰ ਨੂੰ ਪਛਾਣਨਾ ਸੀ। ਆਪਾਂ ਸ਼ਬਦ ਰਾਹੀਂ ਗੁਰੂ ਦੇ ਸ਼ਬਦ ਰਾਹੀਂ ਆਪਾਂ ਆਪਣੇ ਅੰਦਰ ਜਾਣਾ ਸੀ। ਆਪਣੇ ਗੁਨਾਹਾਂ ਨੂੰ ਵੇਖਣਾ ਸੀ, ਆਪਣੇ ਆਪ ਨੂੰ ਪਛਾਣਨਾ ਸੀ। ਆਪ ਪਛਾਣੇ ਤਾਂ ਸੱਚ ਜਾਣੇ, ਸਾਚੇ ਸੋਝੀ ਹੋਈ। ਆਹ ਕੰਮ ਕਰਨਾ ਸੀ। ਆਪਾਂ ਬਾਹਰੋਂ ਨਾਚ ਸ਼ੁਰੂ ਕਰ ਦਿੱਤੇ। ਨਾਚ ਤਾਂ ਆਨੰਦ ਤਾਂ ਡੀਜਿਆਂ 'ਤੇ ਵੀ ਬਹੁਤ ਆ ਜਾਂਦਾ, ਗਾਣਿਆਂ 'ਤੇ ਬਹੁਤ ਆ ਜਾਂਦਾ, ਇੰਜੋਏ ਬਹੁਤ ਹੁੰਦਾ, ਬਹੁਤ ਖੁਸ਼ੀ ਮਿਲਦੀ ਆ ਡੀਜਿਆਂ 'ਤੇ ਗਾਣਿਆਂ 'ਤੇ। ਪਰ ਗੁਰੂ ਸਾਹਿਬ ਜੀ ਨੇ ਕਿਹਾ ਪਖੰਡ ਭਰੀ ਭਗਤੀ ਸੰਸਾਰੀ ਨਾਚ ਵਿੱਚ ਦੁੱਖ ਹੀ ਨਸੀਬ ਹੁੰਦਾ। ਆਪਾਂ ਉਸ ਚੀਜ਼ ਨੂੰ ਭਗਤੀ ਸਮਝ ਲੈਂਦੇ ਹਾਂ ਨਾ। ਵਾਹਿਗੁਰੂ ਮਾਲਕਾ ਵਾਹਿਗੁਰੂ ਵਾਹਿਗੁਰੂ। ਗੱਲ ਸਾਰੀ ਮਨ ਦੀ ਆ। ਵਾਹਿਗੁਰੂ ਆਪਣੇ ਮਨ ਦੀ, ਆਪਣੇ ਔਗਣਾਂ ਨੂੰ ਚਿਤਾਰਨਾ। ਹਮ ਔਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਹੀ। ਨੱਚਣ ਲੱਗਿਆ ਤਾਂ ਆਪਣੇ ਅੰਦਰ ਨਹੀਂ ਨਾ ਆਪਾਂ ਜਾ ਸਕਦੇ। ਨੱਚ ਕੇ ਪ੍ਰਮਾਤਮਾ ਨੂੰ ਮਨਾਵਾਂਗੇ। ਮਹਾਰਾਜ ਕਹਿੰਦੇ ਭਾਈ ਪਖੰਡ ਭਗਤੀ ਹੈ। ਬਾਹਰ ਇੰਜੋਏ ਕਰ ਲੇਗਾ, ਮਨੋਰੰਜਨ ਕਰ ਲੇਗਾ, ਪਰ ਆਪਦੇ ਅੰਦਰ ਨਹੀਂ ਜਾ ਸਕਦਾ। ਪਖੰਡ ਭਰੀ ਭਗਤੀ ਸੰਸਾਰੀ ਨਾਚ ਵਿੱਚ ਦੁੱਖ ਹੀ ਨਸੀਬ ਹੁੰਦਾ। ਕਿਉਂਕਿ ਆਪਣੇ ਔਗਣਾਂ ਨੂੰ ਨਹੀਂ ਵੇਖ ਸਕਦੇ, ਆਪਣੇ ਔਗਣਾਂ ਨੂੰ ਚਿਤਾਰ ਨਹੀਂ ਸਕਦੇ। ਕਿਵੇਂ ਪਾਸ ਹੋਵਾਂਗੇ ਜਿੰਨੇ ਚਿਰ ਆਪਣਾ ਅੰਦਰ ਸਾਫ਼ ਨਹੀਂ ਹੁੰਦਾ, ਅੰਦਰੋਂ ਵਿਕਾਰ ਨਹੀਂ ਜਾਂਦੇ। ਮਹਾਰਾਜ ਕਹਿੰਦੇ ਆ ਭਾਈ ਗੁਰਮੁਖ ਦੀ ਭਗਤੀ ਮਨ ਵਿੱਚ ਪ੍ਰਭੂ ਦੇ ਨਾਲ ਪ੍ਰੀਤ ਪਿਆਰ ਹੈ। ਉਹ ਗੁਰੂ ਦੇ ਉਪਦੇਸ਼ ਦਾ ਸ਼ਾਂਤ ਚਿੱਤ ਹੋ ਕੇ ਵਿਚਾਰ ਕਰਦਾ। ਆਹ ਕੰਮ ਕਰਨਾ ਸੰਗਤੀ, ਆਪਾਂ ਵਿਚਾਰ ਕਰਨੀ ਹੈ ਗੁਰੂ ਦੇ ਸ਼ਬਦ ਦੀ। ਫਿਰ ਹੀ ਹੁਣ ਆਪਾਂ ਨੂੰ ਪਤਾ ਲੱਗਿਆ ਵੀ ਨਿਰਤ ਕਰੇ ਬੋ ਬਾਜੇ ਵਜਾਈ ਮਨ ਅੰਧਾ ਬੋਲਾ ਹੈ ਕਿਸੇ ਆਗ ਸੁਣਾਈ। ਗੁਰੂ ਦੇ ਸ਼ਬਦ ਤੋਂ ਹੀ ਪਤਾ ਲੱਗੇ ਵੀ ਆਪਣਾ ਮਨ ਤਾਂ ਅੰਨਾ ਤੇ ਬੋਲਾ, ਗੁਰੂ ਦੀ ਗੱਲ ਨੂੰ ਸੁਣਦਾ ਹੀ ਨਹੀਂਗਾ। ਗੁਰੂ ਦੇ ਸ਼ਬਦ ਰਾਹੀਂ ਸਾਰਾ ਪਤਾ ਲੱਗਣਾ ਸੰਗਤ ਜੀ। ਵਾਹਿਗੁਰੂ ਵਾਹਿਗੁਰੂ। ਇਹ ਭਗਤ ਜਨ ਜੀਵਤ ਮਰੇ ਗੁਰ ਪ੍ਰਸਾਦੀ ਭਵਜਲ ਤਰੇ। ਗੁਰ ਕੇ ਬਚਨ ਭਗਤ ਥਾਏ ਪਾਏ ਹਰ ਜਿਉ ਆਪ ਵਸੇ ਮਨ ਆਏ। ਹਰ ਕਿਰਪਾ ਕਰੇ ਸਤਿਗੁਰੂ ਮਿਲਾਏ ਨਿਚਲ ਭਗਤ ਹਰ ਸਿਉ ਚਿਤ ਲਾਏ। ਭਗਤ ਰਤੇ ਤਿਨ ਸੱਚੀ ਸੋਏ ਨਾਨਕ ਨਾਮ ਰਤੇ ਸੁਖ ਹੋਏ। ਮਹਾਰਾਜ ਕਹਿੰਦੇ ਅਸਲ ਭਗਤੀ ਇਹ ਹੈ ਕਿ ਪ੍ਰਭੂ ਦੇ ਸੇਵਕ ਸੰਸਾਰੀ ਕਾਰ ਕਰਦਿਆਂ, ਕੰਮ ਕਰਦਿਆਂ ਸੰਗਤ ਜੀ, ਸੰਸਾਰੀ ਕਾਰ ਕਰਦਿਆਂ ਹੋਇਆ ਮੋਹ ਮਾਇਆ ਤੋਂ ਦੂਰ ਰਹੇ। ਜੇ ਸੇਵਕ ਗੁਰੂ ਦੀ ਮਿਹਰ ਨਾਲ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਸੰਗਤ ਜੀ। ਹੁਣ ਕਿੱਥੇ ਆਪਾਂ ਕੰਮ ਕਰਦੇ ਹਾਂ, ਮਾਲਕ ਨੂੰ ਯਾਦ ਕਰਨਾ। ਵਾਹਿਗੁਰੂ ਤੇਰਾ ਸ਼ੁਕਰ ਹੈ, ਤੂੰ ਤੰਦਰੁਸਤੀ ਬਖਸ਼ੀ ਹੈ, ਤੇਰਾ ਦਿੱਤਾ ਘਰ-ਬਾਰ ਹੈ, ਪਰਿਵਾਰ ਹੈ, ਤੂੰ ਆਪ ਕਿਰਪਾ ਕਰਕੇ ਆਪ ਹੀ ਕੰਮ ਕਰਵਾ ਰਿਹਾ। ਇਹ ਸੇਵਾ ਬਣ ਜਾਣੀ ਹੈ ਸੰਗਤ ਜੀ, ਇਹ ਭਗਤੀ ਬਣ ਜਾਣੀ ਹੈ। ਅਸਲ ਨਾਮਾ ਕਹੇ ਤਰਲੋਚਨਾ ਮੁਖ ਤੇ ਰਾਮ ਸੰਭਾਲ ਹਾਥ ਪਾਉ ਸਭ ਕੰਮ ਕਰ ਚੀਤ ਨਿਰੰਜਨ ਨਾਲ। ਆਹ ਭਗਤੀ ਕਰਨੀ ਹੈ ਸੰਗਤੀ ਜੀ। ਆਪਾਂ ਕੰਮ ਕਰਦੇ ਹਾਂ ਵਾਹਿਗੁਰੂ ਨੂੰ ਯਾਦ ਰੱਖਣਾ। ਅਸਲ ਭਗਤੀ ਇਹੀ ਹੈ ਕਿ ਪ੍ਰਭੂ ਦੇ ਸੇਵਕ ਸੰਸਾਰੀ ਕਾਰ ਕਰਦਿਆਂ ਮਾਇਆ ਮੋਹ ਮਾਇਆ ਸੰਸਾਰੀ ਕਾਰ ਕਰਦਿਆਂ ਹੋਇਆ ਮੋਹ ਮਾਇਆ ਤੋਂ ਦੂਰ ਰਹੇ।
ਠੱਗੀ ਧੋਖਾ ਬੇਈਮਾਨੀ ਨਹੀਂ ਕਰਨੀ। ਜਿਹਾ ਸੇਵਕ ਗੁਰੂ ਦੀ ਮਿਹਰ ਨਾਲ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਗੁਰੂ ਦੇ ਬਚਨਾਂ ਨਾਲ ਭਗਤੀ ਸਫਲਾ ਹੁੰਦੀ ਹੈ। ਪਰਮਾਤਮਾ ਆਪ ਹੀ ਮਨ ਵਿੱਚ ਆ ਵਸਦਾ ਹੈ। ਜੇ ਪਰਮਾਤਮਾ ਦੀ ਮਿਹਰ ਹੋ ਜਾਏ ਤਾਂ ਸੱਚੇ ਗੁਰੂ ਨਾਲ ਮਿਲਾ ਦਿੰਦਾ ਹੈ। ਤੇ ਮਿਹਰ ਮੰਗੀਏ ਸੰਗਤ ਜੀ ਗੁਰੂ ਕੋਲੋਂ, ਸਤਿਗੁਰੂ ਸਾਡੇ ਤੇ ਮਿਹਰ ਕਰੋ, ਅਸੀਂ ਤਾਂ ਗੁਰੂ ਨੂੰ ਮਿਲਣਾ, ਅਸੀਂ ਗੁਰੂ ਦੇ ਬੱਚੇ, ਅਸੀਂ ਆਪਣੇ ਮਾਂ-ਬਾਪ ਨੂੰ ਮਿਲਣਾ, ਤੁਸੀਂ ਕਿਰਪਾ ਕਰੋ, ਤੁਹਾਡੀ ਮਿਹਰ ਨਾਲ ਤੁਹਾਡੇ ਨਾਲ ਮਿਲਾਪ ਹੋ ਸਕਦਾ। ਜੇ ਪਰਮਾਤਮਾ ਦੀ ਮਿਹਰ ਹੋ ਜਾਵੇ ਤਾਂ ਸੱਚੇ ਗੁਰੂ ਨਾਲ ਮਿਲਾ ਦਿੰਦਾ ਹੈ। ਫਿਰ ਮਨੁੱਖ ਪ੍ਰਭੂ ਦੇ ਨਾਲ ਚਿੱਤ ਜੋੜ ਕੇ ਟਲ ਭਗਤੀ ਕਰਦਾ ਹੈ। ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਜਿਹੜੇ ਭਗਤੀ ਵਿੱਚ ਲੀਨ ਹੁੰਦੇ ਹਨ ਉਹਨਾਂ ਦੀ ਸੱਚੀ ਸੋਭਾ ਹੁੰਦੀ ਹੈ। ਅਸਲ ਵਿੱਚ ਪ੍ਰਭੂ ਦੇ ਨਾਮ ਵਿੱਚ ਲੀਨ ਹੋਣ ਨਾਲ ਸੁੱਖ ਪ੍ਰਾਪਤ ਹੁੰਦਾ ਹੈ। ਵਾਹਿਗੁਰੂ ਵਾਹਿਗੁਰੂ। ਸੰਗਤ ਜੀ ਇੰਨੀ ਸੇਵਾ ਪ੍ਰਵਾਨ ਕਰਨੀ। ਅੱਜ ਕਵੇਲਾ ਹੋ ਗਿਆ ਸੀ, ਪਰ ਮਨ ਦੇ ਵਿੱਚ ਰੀਝ ਸੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸ਼ਬਦੀ ਵਿਚਾਰ ਕਰਾ ਲਓ ਦਾਤਾ ਜੀ, ਤੇਰੇ ਨਾਲ ਸਾਂਝ ਪੈ ਜਾਵੇ ਵਾਹਿਗੁਰੂ। ਕਿਉਂਕਿ ਸ਼ਬਦ ਦੀ ਵਿਚਾਰ ਕਰਨ ਵਾਲੀ ਪ੍ਰਮਾਤਮਾ ਨਾਲ ਸਾਂਝ ਪੈਂਦੀ ਹੈ ਤੇ ਸ਼ਬਦ ਰਾਹੀਂ ਆਪਾਂ ਆਪਣੇ ਅੰਦਰ ਜਾਂਦੇ ਹਾਂ। ਸੰਗਤ ਜੀ ਆਖਾਂ ਜੀਵਾਂ ਵਿਸਰੇ ਮਰ ਜਾਓ, ਗੁਰੂ ਦੇ ਸ਼ਬਦ ਨੂੰ ਆਖਦੇ ਹਾਂ ਤੇ ਜਿਉਂਦੇ ਹਾਂ, ਜੇ ਵਿਸਰਦਾ ਤੇ ਫਿਰ ਕਲਪਨਾ ਕਲੇਸ਼ਾਂ ਵਿੱਚ ਮਰਦੇ ਹਾਂ। ਸੰਗਤ ਜੀ ਆਪ ਜਪਿਆ ਕਰੀਏ, ਆਪ ਜਪੋ ਅਵਰਾ ਨਾਮ ਜਪਾਓ। ਸੰਗਤ ਜੀ ਹੋਈਆਂ ਭੁੱਲਾਂ ਬਖਸ਼ ਦੇਣੀਆਂ। ਆਪਾਂ ਕੋਸ਼ਿਸ਼ ਕਰਨੀ, ਆਪਾਂ ਕੋਈ ਕਥਾਵਾਚਕ ਨਹੀਂ ਹੈਗੇ ਗੇ, ਆਪਾਂ ਕੋਸ਼ਿਸ਼ ਕਰਨੀ ਹੈ ਗੁਰੂ ਦੀ ਗੱਲ ਕਰਨ ਦੀ, ਗੁਰੂ ਨਾਲ ਬੈਠਣ ਦੀ, ਗੁਰੂ ਨਾਲ ਗੱਲਾਂ ਕਰਨ ਦੀ। ਕਹਿੰਦੇ ਟੁੱਟੀਆਂ ਟਿੰਡਾਂ ਦੇ ਵਿੱਚੋਂ ਕੁਛ ਤਾਂ ਪਾਣੀ ਆਊ। ਸੰਗਤ ਜੀ ਇੰਨੀ ਸੇਵਾ ਪ੍ਰਵਾਨ ਕਰਨੀ, ਹੋਈਆਂ ਭੁੱਲਾਂ ਬਖਸ਼ ਦੇਣੀਆਂ। ਬਾਤੇ ਅਬਰ ਨ ਤੇਰੀ ਬਾਤੇ।